ਯੈਸ ਸਟੂਡੈਂਟਸ, तो अपना सब तो पहला जोड़ा है बेसिक कंसैप्ट्स दे विच आंदा है मोस्ट इंपॉर्टेंट नैशनल इनकम। ठीक है, तो नैशनल वर्ड तो ही समझ लो तुसी की होएगा। ठीक है, नेशन, पूरा नेशन। इनकम मीनस की हुंदा है सैलरी। ठीक है, अगर मैं ऑडिबल है तो प्लीज़ मैनू दस दो, अगर किते भी प्रॉब्लम आई तो मैनू मैसेज करके दस देना। ठीक है, तो ਨੈਸ਼ਨਲ ਇਨਕਮ ਮੈਂ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਵੀ ਥੋੜ੍ਹਾ ਜਿਹਾ ਐਕਸਪਲੇਨ ਕੀਤਾ ਸੀਗਾ ਕਿ ਨੈਸ਼ਨਲ ਇਨਕਮ ਕੀ ਹੁੰਦੀ ਹੈ। ਤਾਂ ਨੈਸ਼ਨਲ ਇਨਕਮ ਬੇਸਿਕਲੀ ਅਗਰ ਆਪਾਂ ਦੇਖੀਏ ਤਾਂ ਕੀ ਹੁੰਦਾ ਹੈ ਕਿ as a sum total of factor income with rent, wages, interest and profit equating to normal resident of a country for their productive services during a definite period of time। ठीक है, तो हुण देखो इत्थे बहुत सारे वर्ड, अपना माइक म्यूट करो। हु इज दिस? हाँ जी, तो नैशनल इनकम की है बेसिकली कि देखो इत्थे बहुत सारे ਜਿਹੜੇ वर्ड्स आए ने लाइक फैक्टर इनकम। ठीक है, फैक्टर सब तो पहला देखो किहड़े हुंदे ने, फैक्टर ऑफ प्रोडक्शन। ठीक है, फैक्टर ऑफ प्रोडक्शन यानी कि उत्पादन ਦੇ ਸਾਧਨ। ਹੁਣ ਕਿਹੜੇ ਕਿਹੜੇ ਇਦਾਂ ਦੇ ਸਾਧਨ ਆ ਜਿਨ੍ਹਾਂ ਦੇ ਨਾਲ ਅਸੀਂ ਉਤਪਾਦਨ ਕਰਦੇ ਆ ਯਾਨੀ ਕਿ ਚੀਜ਼ਾਂ ਨੂੰ ਪ੍ਰੋਡਿਊਸ ਕਰਦੇ ਆ। ਠੀਕ ਹੈ, ਤਾਂ ਫੈਕਟਰ ਆਫ ਪ੍ਰੋਡਕਸ਼ਨ ਦੇਖੋ 4 ਹੁੰਦੇ ਨੇ। ਠੀਕ ਹੈ, ਨਾਲ ਇਹ ਚੀਜ਼ਾਂ ਨੋਟ ਕਰਦੇ ਜਾਇਓ। ਠੀਕ ਹੈ, 4 ਹੁੰਦੇ ਨੇ ਫੈਕਟਰ ਆਫ ਪ੍ਰੋਡਕਸ਼ਨ, ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰੈਨਿਓਰ। ਠੀਕ ਹੈ, ਅਸੀਂ ਪੰਜਾਬੀ ਦੇ ਵਿੱਚ ਲੈਂਡ ਨੂੰ ਬੋਲਦੇ ਆ ਜ਼ਮੀਨ, ਲੇਬਰ ਨੂੰ ਬੋਲਦੇ ਆ ਮਜ਼ਦੂਰ। ਠੀਕ ਹੈ, ਕੈਪੀਟਲ ਨੂੰ ਬੋਲਦੇ ਆ ਪੂੰਜੀ ਤੇ ਐਂਟਰਪ੍ਰੈਨਿਓਰ ਨੂੰ ਬੋਲਦੇ ਆ ਉਦਯੋਗਪਤੀ। ਇਹ ਬੱਚੇ ਚੀਜ਼ਾਂ ਨਾਲ ਨਾਲ ਨੋਟ ਕਰ ਲਓ, ਜ਼ਮੀਨ, ਮਜ਼ਦੂਰ, ਪੂੰਜੀ ਤੇ ਐਂਟਰਪ੍ਰੈਨਿਓਰ। ਠੀਕ ਹੈ, ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ कि जो देखो ਹੁਣ ਐਂਟਰਪ੍ਰੈਨਿਓਰ ਦੇਖੋ ਕੌਣ ਹੋਏਗਾ। ਠੀਕ ਹੈ, ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਸਮਝਾਨੀ ਆ, ਆਪਾਂ ਇੱਕ ਕਿਸਾਨ ਦੀ ਐਗਜ਼ਾਮਪਲ ਲਗਾਨੇ। ਤਾਂ ਜਿਹੜਾ ਕਿਸਾਨ ਹੈ ਉਹਨੂੰ ਮੰਨ ਲਓ ਕਿ ਉਹ ਉਦਯੋਗਪਤੀ ਹੈ। ਠੀਕ ਹੈ, ਕਿਸਾਨ ਨੇ ਜ਼ਮੀਨ, ਕਿਸਾਨ ਦੇ ਕੋਲ ਜ਼ਮੀਨ ਹੁੰਦੀ ਹੈ। ਠੀਕ ਹੈ, ਕਿਸੇ ਦਾ ਮਾਈਕ ਔਨ ਹੈ, ਪਲੀਜ਼ ਮਾਈਕ ਆਫ ਕਰੋ। ठीक है, तो किसान देखो एक तरह का एंटरप्रेन्योर है। ठीक है, तो ज़मीन है ਉਹਦੇ ਕੋਲ। ठीक है, ਉਹਨੇ ਜ਼ਮੀਨ ਦੇ ਉੱਪਰ ਲੇਬਰ ਲਗਾ ਕੇ ਕੈਪੀਟਲ ਕੀ ਹੁੰਦੀ ਪੂੰਜੀ। ਠੀਕ ਹੈ, ਮੈਂ ਲਾਸਟ ਕਲਾਸ 'ਚ ਇਹ ਵੀ ਦੱਸਿਆ ਸੀ ਕਿ ਅਸੀਂ ਕੈਪੀਟਲ ਨੂੰ ਅਸੀਂ ਕੈਸ਼ ਫੋਰਮ ਦੇ ਵਿੱਚ ਪੂੰਜੀ ਵੀ ਬੋਲ ਸਕਦੇ ਹਾਂ, ਪਲੱਸ ਜਾਂ ਫਿਰ ਜਿਹੜੀ ਤੁਹਾਡੇ ਕੋਲ ਮਸ਼ੀਨਰੀ ਹੈ। ਠੀਕ ਹੈ, ਆਪਾਂ ਐਗਰੀਕਲਚਰ ਦੀ ਐਗਜ਼ਾਮਪਲ ਲਿੱਤੀ ਆ ਤਾਂ ਆਪਾਂ ਕੈਪੀਟਲ ਦੇ ਵਿੱਚ ਐਜ਼ ਅ ਮਸ਼ੀਨਰੀ, ਐਜ਼ ਅ ਐਸਟ ਆਪਾਂ ਲੈ ਲਵਾਂਗੇ ਜਿਹੜੀਆਂ ਟਰੈਕਟਰ, ਥ੍ਰੈਸ਼ਰ। ਠੀਕ ਹੈ, ਇਰੀਗੇਸ਼ਨ ਦੀਆਂ ਮਸ਼ੀਨਾਂ ਜਿਹੜੀਆਂ ਹੋ ਗਈਆਂ ਨੇ। ਠੀਕ ਹੈ, ਤੋ ਇਹ ਹੋ ਗਈਆਂ। ਤੋ ਐਂਟਰਪ੍ਰੈਨਿਓਰ ਯਾਨੀ ਕਿ ਜਿਹੜਾ ਕਿਸਾਨ ਹੈ ਉਹ ਜ਼ਮੀਨ ਦੇ ਉੱਤੇ ਲੇਬਰ ਤੇ ਮਸ਼ੀਨਰੀ ਲਗਾ ਕੇ ਤੇ ਪੈਸਾ ਲਗਾ ਕੇ ਜਿਹੜੀਆਂ ਵੀ ਚੀਜ਼ਾਂ ਦਾ ਉਤਪਾਦਨ ਕਰਦਾ ਹੈ। ਠੀਕ ਹੈ, ਉਹਨੂੰ ਆਪਾਂ ਪ੍ਰੋਡਕਸ਼ਨ ਕਹਿ ਦਿੰਦੇ ਆ। ਤੋ ਹੁਣ ਲੈਂਡ ਦੇ ਬਦਲੇ ਦੇ ਵਿੱਚ ਹੁਣ ਅਗਰ ਕੋਈ ਵੀ ਇਨਸਾਨ ਹੈ, ਠੀਕ ਹੈ, ਤੋ ਅਗਰ ਲੈਂਡ ਜਿਹੜੀ ਹੁੰਦੀ ਹੈ ਜ਼ਮੀਨ, ਜ਼ਮੀਨ ਤੋਂ ਸਾਨੂੰ ਕੀ ਕਮਾਈ ਆਊਗੀ, ਯਾਨੀ ਕਿ ਅਗਰ ਜ਼ਮੀਨ ਅਸੀਂ ਕਿਸੇ ਨੂੰ ਦੇ ਰਹੇ ਹਾਂ ਤਾਂ ਜ਼ਮੀਨ ਦਾ ਅਸੀਂ ਕਿਰਾਇਆ ਦਿੰਦੇ ਹਾਂ, ਰੈਂਟ। ਠੀਕ ਹੈ, ਤੋ ਜ਼ਮੀਨ ਨੂੰ ਰੈਂਟ ਮਿਲਦਾ ਹੈ, ਲੇਬਰ ਨੂੰ ਕੀ ਮਿਲਦੀ ਹੈ, ਇੱਕ ਮਜ਼ਦੂਰ ਜਦੋਂ ਮਜ਼ਦੂਰੀ ਕਰਦਾ ਵਾ ਤਾਂ ਉਹਦੇ ਬਦਲੇ 'ਚ ਅਸੀਂ ਉਹਨੂੰ ਪੈਸਿਆਂ ਦੇ ਬਦਲੇ 'ਚ ਕੀ ਦਿੰਦੇ ਆ, ਹਾਂ, ਦਿਹਾੜੀ। ਵੈਰੀ ਗੁੱਡ, ਤੋ ਦਿਹਾੜੀ ਨੂੰ ਅਸੀਂ ਕੀ ਬੋਲਦੇ ਆ, ਦਿਹਾੜੀ ਨੂੰ ਅਸੀਂ ਕੀ ਬੋਲਦੇ ਆ, ਮਜ਼ਦੂਰੀ। ਠੀਕ ਹੈ, ਤੋ ਲੇਬਰ ਨੂੰ ਅਸੀਂ, ਹਾਂ, ਮਜ਼ਦੂਰੀ ਇੰਗਲਿਸ਼ 'ਚ ਬੋਲ ਦਿੰਦੇ ਆ ਆਪਾਂ ਵੇਜਿਸ। ਠੀਕ ਹੈ, ਤੋ ਲੇਬਰ ਨੂੰ ਵੇਜਿਸ ਮਿਲਦੇ ਆ। ਔਰ ਕੈਪੀਟਲ ਕੀ ਹੁੰਦੀ ਹੈ, ਪੂੰਜੀ। ਲਾਸਟ ਕਲਾਸ 'ਚ ਵੀ ਦੱਸਿਆ ਸੀਗਾ, ਅਗਰ ਪੈਸੇ ਤੁਹਾਡੇ ਕੋਲ, ਅਗਰ ਤੁਹਾਡੇ ਕੋਲ ਪੂੰਜੀ ਜਿਹੜੀ, ਅਗਰ ਆਪਾਂ ਕੈਸ਼ ਦੀ ਫੋਰਮ 'ਚ ਦੇਖੀਏ, ਅਗਰ ਤੁਸੀਂ ਕਿਸੇ ਨੂੰ ਉਧਾਰੀ ਪੂੰਜੀ ਦਿੰਦੇ ਵੀ ਹੋ ਤਾਂ ਤੁਹਾਨੂੰ ਉਹਦੇ ਬਦਲੇ 'ਚ ਇੰਟਰਸਟ ਮਿਲੂਗਾ, ਵਿਆਜ ਮਿਲੂਗਾ ਜਾਂ ਨਹੀਂ, ਲਓਗੇ ਜਾਂ ਨਹੀਂ। ਹੁਣ ਬੈਂਕ ਹਾਂ, ਬੈਂਕ ਜਿਹੜੀ ਹੈ ਪੈਸੇ ਦਿੰਦੀ ਹੈ। ਠੀਕ ਹੈ, ਲੋਨ ਦਿੰਦੀ ਹੈ, ਲੋਨ ਦੇ ਬਦਲੇ 'ਚ ਵਿਆਜ ਲੈਂਦੀ ਹੈ। ਤਾਂ ਕੈਪੀਟਲ ਪੂੰਜੀ ਨੂੰ ਕੀ ਮਿਲਦਾ ਹੈ, ਇੰਟਰਸਟ। ਇੰਟਰਸਟ ਮਤਲਬ ਕੀ ਹੁੰਦਾ ਹੈ, ਵਿਆਜ। ਇੰਟਰਸਟ ਕੀ ਹੁੰਦਾ ਹੈ, ਵਿਆਜ। ਠੀਕ ਹੈ, ਹੁਣ ਲਾਸਟ ਦੇ ਬਚ ਗਿਆ ਸਾਡਾ ਐਂਟਰਪ੍ਰੈਨਿਓਰ। ਠੀਕ ਹੈ, ਲਾਸਟ ਤੇ ਬਚ ਗਿਆ, ਹਾਂਜੀ, ਐਂਟਰਪ੍ਰੈਨਿਓਰ ਯਾਨੀ ਕਿ ਉਦਯੋਗਪਤੀ। ਉਦਯੋਗਪਤੀ
ਠੀਕ ਹੈ। ਤੋ ਜਿਹੜਾ ਉਦਯੋਗਪਤੀ ਹੈ, ਹੁਣ ਦੇਖੋ ਕਿਸਾਨ ਨੇ ਜ਼ਮੀਨ ਤੇ ਲੇਬਰ ਲਗਾ ਕੇ ਪੈਸਾ ਲਗਾ ਕੇ ਜਦੋਂ ਫਸਲ ਉਹਦਾ ਪ੍ਰੋਡਕਸ਼ਨ ਕਰ ਦਿੱਤੀ, ਫਸਲ ਨੂੰ ਲਾਸਟ ਚਲੇ ਜਾ ਕੇ ਉਹਨੇ ਮੰਡੀ ਤੇ ਵੇਚਿਆ ਤੇ ਉਹਦੇ ਬਦਲੇ 'ਚ ਉਹਨੂੰ ਪੈਸੇ ਮਿਲੇ। ਠੀਕ ਹੈ, ਜਿਹੜੇ ਉਹਨੂੰ ਹੁਣ ਪੈਸੇ ਮਿਲੇ ਆ ਉਹਦੇ ਵਿੱਚੋਂ ਉਹਨੇ ਲੇਬਰ ਦੀ ਤਨਖਾਹ ਦੇ ਦਿੱਤੀ, ਜ਼ਮੀਨ ਦਾ ਰੈਂਟ ਕੱਢ ਦਿੱਤਾ, ਜਿਹੜੀਆਂ ਸਪੋਜ਼ ਕਰੋ ਉਹਨੇ ਮਸ਼ੀਨਾਂ ਲੋਨ ਵਗੈਰਾ ਤੇ ਲਿੱਤੀਆਂ ਹੋਣਗੀਆਂ ਉਹਦੇ ਪੇਮੈਂਟ ਕਰ ਦਿੱਤੀ। ਠੀਕ ਹੈ, ਤੋ ਯਾਨੀ ਕਿ ਐਂਡ ਦੇ ਵਿੱਚ ਉਹਨੂੰ ਫਿਰ ਜਿਹੜੇ ਪੈਸੇ ਬਚਦੇ ਆ ਉਹ ਉਹਦਾ ਕੀ ਹੈ, ਪ੍ਰੋਫਿਟ। ਕੀ ਹੁੰਦਾ ਹੈ ਉਹਦਾ ਲਾਸਟ ਦੇ ਵਿੱਚ, ਪ੍ਰੋਫਿਟ। ਠੀਕ ਹੈ, ਹਾਂ ਮੁਨਾਫਾ, ਵੈਰੀ ਗੁੱਡ ਰੋਹਿਤ। ਤੋ ਯਾਨੀ ਕਿ ਇਹ ਸਾਰੇ ਤੋਂ ਤੁਹਾਨੂੰ ਹੁਣ ਕੀ ਪਤਾ ਲੱਗਾ ਕਿ ਜਿਹੜੇ ਫੈਕਟਰ ਇੱਥੇ ਲਿਖਿਆ ਨਾ, ਫੈਕਟਰ ਇਨਕਮ, ਯਾਨੀ ਕਿ ਜਿਹੜੇ ਪ੍ਰੋਡਕਸ਼ਨ ਦੇ ਫੈਕਟਰ ਹੈ, ਚੀਜ਼ਾਂ ਨੂੰ ਪੈਦਾ ਕਰਨ ਦੇ ਜਿਹੜੇ ਸਾਧਨ ਨੇ, ਫੈਕਟਰ ਮਤਲਬ ਕੀ ਹੁੰਦਾ ਹੈ, ਸਾਧਨ। ਇਕੋਨਮੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਉਹਨਾਂ ਦੇ ਚਾਰ ਨੇ। ਜ਼ਮੀਨ, ਠੀਕ ਹੈ, ਜ਼ਮੀਨ ਨੂੰ ਕੀ ਮਿਲਦਾ ਹੈ, ਰੈਂਟ। ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਜ਼ਮੀਨ ਨੂੰ ਮਿਲਦਾ ਹੈ ਕਿਰਾਇਆ। ਠੀਕ ਹੈ, ਮਜ਼ਦੂਰ ਨੂੰ ਮਿਲਦੀ ਹੈ ਮਜ਼ਦੂਰੀ। ਠੀਕ ਹੈ, ਪੂੰਜੀ ਨੂੰ ਮਿਲਦਾ ਹੈ, ਕੀ ਮਿਲਦਾ ਹੈ, ਵਿਆਜ। ਠੀਕ ਹੈ, ਤੇ ਉਦਯੋਗਪਤੀ ਨੂੰ ਕੀ ਮਿਲਦਾ ਹੈ, ਲਾਭ, ਮੁਨਾਫਾ। ਠੀਕ ਹੈ, ਹੁਣ ਜਿਹੜਾ ਕਿਰਾਇਆ ਹੋ ਗਿਆ, ਮਜ਼ਦੂਰੀ ਹੋ ਗਈ ਤੇ ਵਿਆਜ ਤੇ ਲਾਭ, ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਪਲੱਸ ਕਰਦੇ ਆ ਐਜ਼ ਅ ਹੋਲ, ਠੀਕ ਆ, ਐਜ਼ ਅ ਹੋਲ ਮਤਲਬ ਪੂਰੇ ਨੇਸ਼ਨ ਦੇ ਵਿੱਚ ਜਿੰਨੇ ਵੀ ਮੀਨਸ ਕਿ ਜ਼ਮੀਨ ਦੇ ਸਾਧਨ ਨੇ ਉਹਨਾਂ ਨੂੰ ਕਿਰਾਇਆ ਮਿਲਾ ਕੇ, ਮਜ਼ਦੂਰਾਂ ਦੇ ਵੇਜਿਸ ਨੂੰ ਮਿਲਾ ਕੇ, ਪੂੰਜੀ ਦਾ ਵਿਆਜ ਮਿਲਾ ਕੇ, ਔਰ ਜਿੰਨੇ ਵੀ ਐਂਟਰਪ੍ਰਨੂਅਰ ਨੇ ਸਾਰਿਆਂ ਦੇ ਲਾਭ ਨੂੰ ਜਦੋਂ ਅਸੀਂ ਐਡ ਕਰ ਦਿੰਦੇ ਹਾਂ ਉਹਨੂੰ ਅਸੀਂ ਨੈਸ਼ਨਲ ਇਨਕਮ ਬੋਲਦੇ ਹਾਂ। ਸਮਝ ਲੱਗੀ? ਨੈਸ਼ਨਲ ਇਨਕਮ ਦਾ ਕੰਸੈਪਟ ਸਾਰਿਆਂ ਨੂੰ ਸਮਝ ਲੱਗਿਆ ਕਿ ਕੀ ਹੁੰਦੀ ਹੈ? ਠੀਕ ਹੈ, ਹਾਂ। ਤੋ ਉਹ ਦੇਖੋ ਹੁਣ ਅੱਗੇ ਇਸ ਲਾਈਨ ਨੂੰ ਧਿਆਨ ਨਾਲ ਪੜੋ। ਦੇਖੋ ਲਿਖਿਆ ਰੈਂਟ, ਯਾਨੀ ਕਿ ਜਿੰਨੀਆਂ ਵੀ ਚੀਜ਼ਾਂ ਦਾ ਰੈਂਟ ਆਉਂਦਾ ਹੈ, ਵੇਜਿਸ ਮਜ਼ਦੂਰੀ, ਪੂੰਜੀ ਦਾ ਵਿਆਜ ਤੇ ਪ੍ਰੋਫਿਟ ਨੂੰ ਮਿਲਾ ਕੇ ਨਾਰਮਲ ਰੈਜ਼ੀਡੈਂਸ ਕੀ ਹੁੰਦੇ ਆ? ਨਾਰਮਲ ਰੈਜ਼ੀਡੈਂਸ ਮਤਲਬ ਜਿਹੜੇ ਆਪਣੇ ਦੇਸ਼ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ ਉਹ ਸਾਰਿਆਂ ਨੂੰ ਨਾਰਮਲ ਰੈਜ਼ੀਡੈਂਸ ਬੋਲਦੇ ਆ। ਠੀਕ ਹੈ, ਆਫ ਅ ਕੰਟਰੀ ਫॉर देयर ਪ੍ਰੋਡਕਟਿਵ ਸਰਵਿਸਿਜ਼। ਪ੍ਰੋਡਕਟਿਵ ਸਰਵਿਸਿਜ਼ ਮਤਲਬ ਹੁਣ ਦੇਖੋ ਕਿਸਾਨ ਨੇ ਪ੍ਰੋਡਕਸ਼ਨ ਕੀਤੀ ਹੈ, ਠੀਕ ਹੈ, ਸਾਨੂੰ ਇੱਕ ਤਰ੍ਹਾਂ ਦੀ ਸੇਵਾ ਦਿੱਤੀ ਹੈ, ਕੰਟਰੀ 'ਚ ਅਨਾਜ, ਠੀਕ ਹੈ, ਪੈਦਾਵਾਰ ਕਰ ਰਹੇ ਆ ਡਿਊਰਿੰਗ ਅ ਡੈਫੀਨੇਟ ਪੀਰੀਅਡ ਆਫ ਟਾਈਮ। ਇਕਨੋਮਿਕਸ ਦੇ ਵਿੱਚ ਅਸੀਂ ਜਿੰਨੇ ਵੀ ਕੰਸੈਪਟ ਕਰਨੇ ਇੱਕ ਡੈਫੀਨੇਟ ਪੀਰੀਅਡ ਆਫ ਟਾਈਮ, ਇੱਕ ਪਰਟੀਕੂਲਰ ਟਾਈਮ ਨੂੰ ਲੈ ਕੇ ਚੱਲਣਾ ਹੈ। ਠੀਕ ਹੈ, ਯਾਨੀ ਕਿ ਮੋਸਟਲੀ ਜਿਹੜਾ ਡੈਫੀਨੇਟ ਪੀਰੀਅਡ ਆਫ ਟਾਈਮ ਆ ਇਹਨੂੰ ਅਸੀਂ 1 ਸਾਲ ਲੈ ਕੇ ਚੱਲਦੇ, ਯਾਨੀ ਕਿ 1 ਸਾਲ ਦੇ ਅੰਦਰ ਸਾਡੇ ਦੇਸ਼ ਦੇ ਵਿੱਚ ਜਿੰਨਾ ਵੀ ਰੈਂਟ ਹੋਇਆ, ਮਜ਼ਦੂਰੀ ਹੋਈ ਆ, ਵਿਆਜ ਹੋਇਆ ਤੇ ਲਾਭ ਹੋਇਆ ਵਾ, ਸਾਰੇ ਦੇ ਸਾਰੇ ਜਿੰਨੇ ਵੀ ਰੈਜ਼ੀਡੈਂਟਸ ਨੂੰ, ਠੀਕ ਹੈ, ਸਾਰੇ ਵੀ ਸਾਰੇ ਜਿੰਨੇ ਵੀ ਰੈਜ਼ੀਡੈਂਟਸ ਆ ਜਿਨ੍ਹਾਂ ਨੇ ਸਰਵਿਸਿਜ਼ ਦਿੱਤੀਆਂ ਵਾ ਆਪਣੀਆਂ, ਠੀਕ ਹੈ, ਜਿਨ੍ਹਾਂ ਨੇ ਚੀਜ਼ਾਂ ਦੀ ਪ੍ਰੋਡਕਸ਼ਨ ਕੀਤੀ ਆ, ਉਹ ਸਾਰਿਆਂ ਨੂੰ ਪਲੱਸ ਕਰਕੇ ਜਿਹੜੀ ਇਨਕਮ ਬਣਦੀ ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਨੈਸ਼ਨਲ ਇਨਕਮ। ਠੀਕ ਹੈ, ਠੀਕ ਹੈ। ਔਰ ਆ ਦੇਖੋ ਇੱਥੇ ਨੈਕਸਟ ਲਾਈਨ ਲਿਖੀ ਹੈ ਇਨਕਮ ਇਜ਼ ਅ ਫਲੋ। ਤਾਂ ਤੁਹਾਨੂੰ ਪੇਪਰ 'ਚ ਕੁਐਸਚਨ ਆ ਸਕਦਾ ਵਾ ਕਿ ਇਹ ਫਲੋ, ਇਨਕਮ ਜਿਹੜੀ ਆ ਫਲੋ ਹੈ, ਸਟੋਕ ਹੈ, ਠੀਕ ਹੈ, ਤਾਂ ਤੁਸੀਂ ਕਿਤੇ ਟਿਕ ਲਗਾਉਣੀ ਹੈ? ਫਲੋ ਤੇ। ਠੀਕ ਹੈ, ਹਾਂ। ਹੁਣ ਫਲੋ ਕਿਉਂ ਹੈ? ਕਿਉਂਕਿ ਜਿਹੜੀ ਇਨਕਮ ਹੈ ਇੱਕ ਪਰਟੀਕੂਲਰ ਟਾਈਮ ਦੇ ਲਈ ਅਸੀਂ ਕਾਊਂਟ ਕਰ ਰਹੇ ਹਾਂ, ਕਿੰਨੇ ਸਾਲ ਦੀ? ਸਿਰਫ 1 ਸਾਲ ਦੀ। 1 ਸਾਲ ਦੇ ਵਿੱਚ ਜਿੰਨੇ ਵੀ ਆਪਣੇ ਰੈਜ਼ੀਡੈਂਟਸ ਮਿਲ ਕੇ ਗੁੱਡਸ ਐਂਡ ਸਰਵਿਸਿਜ਼ ਤੋਂ ਜਿਹੜੀ ਸਾਰਿਆਂ ਨੂੰ ਇਨਕਮ ਹੁੰਦੀ ਹੈ ਉਹਦਾ ਸਾਰੀ ਦਾ ਟੋਟਲ ਨੂੰ ਆਪਾਂ ਨੈਸ਼ਨਲ ਇਨਕਮ ਬੋਲਦੇ ਹਾਂ। ਠੀਕ ਹੈ, ਤਾਂ ਹੁਣ ਦੇਖੋ ਨੈਕਸਟ, ਹੁਣ ਇਹਦੀ ਡੈਫੀਨੇਸ਼ਨ ਦੇਖ ਦੋ। ਵੈਸੇ ਤਾਂ ਇੱਥੇ ਡੈਨਬਰਗ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਅੱਛਾ, ਨੈਸ਼ਨਲ ਇਨਕਮ ਸਾਰਿਆਂ ਨੂੰ ਸਮਝ ਲੱਗ ਗਈ ਕੀ ਹੈ? ਕਿਸੇ ਨੂੰ ਹੱਲੇ ਵੀ ਡਾਊਟ ਹੈ ਤਾਂ ਦੱਸ ਦੋ। ਰੋਹਿਤ ਤੋਂ ਇਲਾਵਾ ਕੋਈ ਹੋਰ ਬੱਚਾ? ਫਟਾਫਟ ਮੈਸੇਜ 'ਚ ਯੈਸ ਨੋ ਲਿਖ ਕੇ ਭੇਜ ਦਿਆ ਕਰੋ। ਓਕੇ ਬੱਚੇ, ਚਲੋ ਹੁਣ ਇੱਥੇ ਦੇਖੋ ਡੈਨਬਰਗ ਦੀ ਡੈਫੀਨੇਸ਼ਨ ਦਿੱਤੀ ਹੈ, ਬਟ ਮੈਂ ਜਿਹੜੀ ਡੈਫੀਨੇਸ਼ਨ ਚੱਕੀ ਹੈ ਉਹ ਚੱਕੀ ਹੈ ਐਡਵਰਡ ਸ਼ਪੀਰੋ ਦੀ। ਠੀਕ ਹੈ, ਤੋ ਇਨ ਦਾ ਵਰਡਸ ਆਫ ਐਡਵਰਡ ਸ਼ਪੀਰੋ ਤੁਸੀਂ ਨੋਟ ਕਰ ਸਕਦੇ ਹੋ, ਨੈਸ਼ਨਲ ਇਨਕਮ ਇਜ਼, ਠੀਕ ਹੈ, ਨੈਸ਼ਨਲ ਇਨਕਮ ਇਜ਼ ਦਾ ਸਮ ਆਫ ਰੈਂਟ, ਵੇਜਿਸ। ਸਮ ਕੀ ਹੁੰਦਾ ਬੱਚੇ? ਟੋਟਲ। ਯਾਨੀ ਕਿ ਜਿਹੜੀ ਨੈਸ਼ਨਲ ਇਨਕਮ ਹੈ, ਜੋ ਇਕੋਨਮਿਸਟ ਨੇ ਐਡਵਰਡ ਸ਼ਪੀਰੋ ਇਹ ਕਹਿੰਦੇ ਆ ਕਿ ਨੈਸ਼ਨਲ ਇਨਕਮ ਜਿਹੜੀ ਹੈਗੀ ਹੈ ਸਮ ਆਫ, ਯਾਨੀ ਕਿ ਟੋਟਲ ਆਫ ਰੈਂਟ ਦਾ, ਵੇਜਿਸ ਦਾ, ਇੰਟਰਸਟ ਦਾ ਐਂਡ ਪ੍ਰੋਫਿਟ ਦਾ। ਠੀਕ ਹੈ, ਬਸ ਇਹ ਹੈ।
ਤੋ ਕਹਿੰਦੇ ਕਿ ਰੈਂਟ, ਵੇਜਿਸ ਐਂਡ ਟਰਸਟ ਪ੍ਰੋਫਿਟ ਜਿਹੜੇ 1 ਸਾਲ ਦੇ ਅੰਦਰ ਅੰਦਰ ਸਾਡੇ ਦੇਸ਼ ਦੇ ਲੋਕਾਂ ਨੂੰ ਹੋਏ ਆ ਅਰਨ, ਉਹ ਸਾਰਿਆਂ ਨੂੰ ਅਗਰ ਅਸੀਂ ਆਪਾਂ ਟੋਟਲ ਕਰ ਦਈਏ ਤਾਂ ਸਾਡੀ ਕੀ ਹੋ ਜਾਏਗੀ, ਨੈਸ਼ਨਲ ਇਨਕਮ। ਉਹ ਜਿਹੜੇ ਦੇਖੋ ਰੈਂਟ, ਵੇਜਿਸ ਐਂਡ ਟਰਸਟ ਪ੍ਰੋਫਿਟ ਹੈ, ਇਹ ਕਿਹਨੂੰ ਮਿਲਦੇ ਆ, ਫੈਕਟਰ ਆਫ ਪ੍ਰੋਡਕਸ਼ਨ ਨੂੰ। ਤਾਂ ਅਸੀਂ ਇਹਨੂੰ ਇਦਾਂ ਵੀ ਕਹਿ ਸਕਦੇ, ਦ ਅਰਨਿੰਗਸ ਆਫ ਫੈਕਟਰ ਆਫ ਪ੍ਰੋਡਕਸ਼ਨ। ਫੈਕਟਰ ਆਫ ਪ੍ਰੋਡਕਸ਼ਨ 4 ਆ, ਮੈਂ ਤੁਹਾਨੂੰ ਹੁਣੇ ਦੱਸੇ ਕਿਹੜੇ ਕਿਹੜੇ, ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰੀਨਿਓਰ। ਦੇਖੋ ਜ਼ਮੀਨ ਨਾ ਅੱਛਾ ਲੈਂਡ, ਲੇਬਰ, ਮੈਂ ਇੱਕ ਵਾਰ ਫਿਰ ਦੁਬਾਰਾ ਤੁਹਾਨੂੰ ਸਮਝਾਉਂਗੀ, ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰੀਨਿਓਰ, ਇਹ ਕੀ ਤੁਹਾਨੂੰ ਦੱਸਿਆ ਕਿ ਫੈਕਟਰ ਆਫ ਪ੍ਰੋਡਕਸ਼ਨ ਨੇ, ਯਾਨੀ ਕਿ ਫੈਕਟਰ ਕੀ ਹੁੰਦਾ, ਸਾਧਨ, ਠੀਕ ਹੈ। ਪ੍ਰੋਡਕਸ਼ਨ ਕੀ ਹੋ ਗਿਆ, ਉਤਪਾਦਨ। ਤਾਂ ਉਤਪਾਦਨ ਦੇ 4 ਸਾਧਨ ਹੁੰਦੇ ਨੇ, ਠੀਕ ਹੈ। ਇਹਨਾਂ ਚਾਰਾਂ ਦੇ ਬਿਨਾਂ ਅਸੀਂ ਉਤਪਾਦਨ ਨਹੀਂ ਕਰ ਸਕਦੇ। ਦੇਖੋ ਅਗਰ ਤੁਸੀਂ ਇੱਕ ਸ਼ੋਪ ਵੀ ਲਗਾਉਣੀ ਹੈ, ਅਗਰ ਅਸੀਂ ਇੱਕ ਛੋਟੀ ਜਿਹੀ ਸ਼ੋਪ ਦੀ ਵੀ ਗੱਲ ਕਰੀਏ ਤਾਂ ਸਾਨੂੰ ਜ਼ਮੀਨ ਤਾਂ ਚਾਹੀਦੀ ਹੈ, ਜ਼ਮੀਨ ਦੇ ਉੱਪਰ ਹੀ ਸ਼ੋਪ ਹੋਏਗੀ, ਠੀਕ ਹੈ। ਲੇਬਰ ਯਾਨੀ ਕਿ ਤੁਸੀਂ ਨਾਲ ਕੋਈ ਇੱਕ ਹੈਲਪਰ ਰੱਖ ਰਹੇ ਹੋ ਆਪਣੀ ਸ਼ੋਪ 'ਤੇ ਜਾਂ 2 ਹੈਲਪਰ ਰੱਖ ਰਹੇ ਹੋ, ਠੀਕ ਹੈ, ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਤਾਂ ਦਿਓਗੇ। ਕੈਪੀਟਲ ਯਾਨੀ ਕਿ ਪੂੰਜੀ, ਕੁਛ ਤਾਂ ਪੈਸਾ ਤੁਸੀਂ ਆਪਣਾ ਉਹਦੇ ਵਿੱਚ ਲਗਾਓਗੇ। ਐਂਟਰਪ੍ਰੀਨਿਓਰ ਯਾਨੀ ਕਿ ਫਿਰ ਤੁਸੀਂ ਖੁਦ ਹੋ ਜਾਓਗੇ, ਠੀਕ ਹੈ। ਤਾਂ ਮੰਨ ਲਓ ਤੁਸੀਂ ਕੱਪੜਿਆਂ ਦੀ ਤੁਹਾਡੀ ਦੁਕਾਨ ਹੈ ਤਾਂ ਜ਼ਮੀਨ 'ਤੇ ਹੋਏਗੀ, ਨਾਲ ਇੱਕ ਸੇਲਸਮੈਨ ਰੱਖੋਗੇ, ਠੀਕ ਹੈ, ਵਿੱਚ ਤੁਸੀਂ ਆਪਣੀ ਕੈਪੀਟਲ ਪੂੰਜੀ ਲਗਾਓਗੇ, ਸ਼ੋਰੂਮ ਬਣਾਓਗੇ ਪ੍ਰੋਪਰ, ਹੈ ਨਾ। ਸ਼ੋਰੂਮ ਵੀ ਇੱਕ ਤਰ੍ਹਾਂ ਦੀ ਤੁਹਾਡੀ ਆਪਣੀ ਪੂੰਜੀ ਹੋਏਗੀ। ਜਿਹੜਾ ਤੁਹਾਡਾ ਘਰ ਹੈ ਇਹ ਵੀ ਤੁਹਾਡੀ ਪੂੰਜੀ ਹੈ, ਠੀਕ ਹੈ। ਬਟ ਤਦ ਤੱਕ ਇਹ ਪੂੰਜੀ ਨਹੀਂ ਹੈ ਅਗਰ ਤੁਸੀਂ ਘਰ ਦੇ ਵਿੱਚ ਇੱਕ ਰੂਮ ਨੂੰ ਰੈਂਟ 'ਤੇ ਦੇ ਰਹੇ ਹੋ, ਠੀਕ ਹੈ। ਔਰ ਰੈਂਟ 'ਤੇ ਮਤਲਬ ਚਲੋ ਨਾ ਵੀ ਦੇਵੋ ਤਾਂ ਚਲੋ ਇਨਵੈਸਟਮੈਂਟ ਹੋ ਜਾਏਗੀ, ਖੈਰ ਥੋੜ੍ਹਾ ਜਿਹਾ ਚਲੋ ਅੱਗੇ ਸਮਝਾਉਂਗੀ। ਖੈਰ ਘਰ ਤੁਹਾਡਾ, ਤੁਹਾਡੀ ਬਾਈਕ, ਤੁਹਾਡੀ ਹਰ ਇੱਕ ਚੀਜ਼, ਠੀਕ ਹੈ, ਗੋਲਡ ਜਿਹੜਾ ਤੁਹਾਡੇ ਕੋਲ ਪਿਆ ਸਾਰੀ ਤੁਹਾਡੀ ਪੂੰਜੀ ਹੈ, ਠੀਕ ਹੈ। ਤਾਂ ਯਾਨੀ ਕਿ ਤੁਸੀਂ ਆਪਣੀ ਪੂੰਜੀ ਲਗਾ ਕੇ ਲੈਂਡ 'ਤੇ ਔਰ ਲੇਬਰ ਦੀ ਹੈਲਪ ਦੇ ਨਾਲ ਪ੍ਰੋਡਕਸ਼ਨ ਕਰਦੇ ਹੋ। ਚਾਹੇ ਤੁਸੀਂ ਐਂਟਰਪ੍ਰੀਨਿਓਰ ਕਿਸੇ ਨੂੰ ਵੀ ਮੰਨ ਲਓ, ਇੱਕ ਫੈਕਟਰੀ ਦਾ ਮਾਲਿਕ ਉਹ ਵੀ ਐਂਟਰਪ੍ਰੀਨਿਓਰ, ਉਹ ਵੀ ਲੈਂਡ 'ਤੇ ਫੈਕਟਰੀ ਲਗਾਏਗਾ, ਉਹ 'ਚ ਲੇਬਰ ਲਗਾਏਗਾ, ਕੈਪੀਟਲ ਕਿਆ ਮਸ਼ੀਨਰੀ ਲਗਾਏਗਾ, ਪੈਸੇ ਲਗਾਏਗਾ। ਤਾਂ ਠੀਕ ਹੈ, ਇਹਨਾਂ ਚਾਰਾਂ ਸਾਧਨਾਂ ਦੇ ਬਿਨਾਂ ਅਸੀਂ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਨਹੀਂ ਕਰ ਸਕਦੇ। ਸਮਝ ਲੱਗੀ ਹੁਣ ਤੁਹਾਨੂੰ, ਇੱਥੇ ਤੱਕ ਕਲੀਅਰ ਹੈ। ਫੈਕਟਰ ਆਫ ਪ੍ਰੋਡਕਸ਼ਨ ਕਿਹੜੇ ਨੇ ਤੇ ਫੈਕਟਰ ਆਫ ਪ੍ਰੋਡਕਸ਼ਨ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਹੜੀ ਕੀ ਮੀਨਸ ਕੀ ਇਨਕਮ ਆਉਂਦੀ ਹੈ, ਜ਼ਮੀਨ ਨੂੰ ਕਿਰਾਇਆ, ਲੇਬਰ ਨੂੰ ਮਜ਼ਦੂਰੀ, ਕੈਪੀਟਲ ਨੂੰ ਵਿਆਜ ਤੇ ਐਂਟਰਪ੍ਰੀਨਿਓਰ ਨੂੰ ਪ੍ਰੋਫਿਟ ਐਂਡ 'ਚ ਹੁੰਦਾ ਹੈ। ਕਲੀਅਰ ਹੋ ਗਿਆ ਇੱਥੇ ਤੱਕ। ਚਲੋ ਹੁਣ ਇਹਦੇ ਵਿੱਚ ਕੁਝ ਹੋਰ ਟਰਮਸ ਆਉਂਦੀਆਂ ਨੇ ਨੈਸ਼ਨਲ ਇਨਕਮ ਦੇ ਨਾਲ ਰਿਲੇਟਡ, ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂ, ਠੀਕ ਹੈ। ਦੇਖੋ ਜਿਹੜੀ ਤੁਹਾਡੀ ਨੈਸ਼ਨਲ ਇਨਕਮ ਹੁੰਦੀ ਹੈ ਇਹਦੇ ਸਿਨੋਨਿਮ ਵੀ ਦੇਖ ਲਓ ਕੀ ਹੈ। ਨੈਸ਼ਨਲ ਇਨਕਮ ਨੂੰ ਅਸੀਂ ਨੈਸ਼ਨਲ ਪ੍ਰੋਡਕਟ ਵੀ ਬੋਲਦੇ ਹਾਂ, ਠੀਕ ਹੈ। ਤਾਂ ਪੇਪਰ 'ਚ ਅਗਰ ਕੁਐਸਚਨ ਆ ਗਿਆ ਤਾਂ ਕਨਫਿਊਜ਼ ਨਹੀਂ ਹੋਣਾ, ਨੈਸ਼ਨਲ ਇਨਕਮ ਆ ਚਾਹੇ ਨੈਸ਼ਨਲ ਪ੍ਰੋਡਕਟ ਆ, ਦੋਨਾਂ ਦਾ ਮੀਨਿੰਗ ਸੇਮ ਹੁੰਦਾ ਹੈ, ਠੀਕ ਹੈ। ਤਾਂ next is, thus when we express the result of economic activity as the sum total of market value of final goods and services produced in a country during 1 year, it is known as national product, ਠੀਕ ਹੈ। ਹੁਣ ਕੀ ਹੋ ਗਿਆ ਕਿ ਨੈਸ਼ਨਲ ਇਨਕਮ ਤਾਂ ਇਹ ਹੋ ਗਈ ਕਿ ਜਿਹੜੀ ਤੁਹਾਨੂੰ ਮੀਨਸ ਕਿ ਫੈਕਟਰ ਆਫ ਪ੍ਰੋਡਕਸ਼ਨ ਨੂੰ ਜਿਹੜੀ ਇਨਕਮ ਮਿਲ ਰਹੀ ਹੈ ਉਹਨਾਂ ਦਾ ਟੋਟਲ ਕਰ ਦਿਓ ਤਾਂ ਨੈਸ਼ਨਲ ਇਨਕਮ। ਤਾਂ ਨੈਸ਼ਨਲ ਪ੍ਰੋਡਕਟ 'ਚ ਕੀ ਆ ਜਾਂਦਾ, ਵੈਲਿਊ ਆਫ ਫਾਈਨਲ ਗੁੱਡਸ ਕੀ ਹੁੰਦੀਆਂ। ਹੁਣ ਦੇਖੋ ਇਕੋਨਮੀ ਦੇ ਵਿੱਚ ਇੱਥੇ ਬਹੁਤ ਸਾਰੇ ਵਰਡਸ ਆਣੇ ਜਿਹੜੇ ਮੈਂ ਤੁਹਾਨੂੰ ਇੱਕ ਇੱਕ ਸਮਝਾਉਂਗੀ, ਠੀਕ ਹੈ। ਤਾਂ ਫਾਈਨਲ ਗੁੱਡਸ ਦੇਖੋ ਬੱਚੇ ਕੀ ਹੁੰਦੀਆਂ, ਇੱਕ ਤਾਂ ਹੁੰਦਾ ਰॉ ਮਟੀਰੀਅਲ, ਰॉ ਮਟੀਰੀਅਲ ਮਤਲਬ ਹੁੰਦਾ ਕੱਚਾ ਮਾਲ, ਠੀਕ ਆ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਊਂਗੀ ਰॉ ਮਟੀਰੀਅਲ ਦੀ, ਘਰ 'ਚ ਲੈ ਲਈਏ, ਵੈਰੀ ਈਜ਼ੀ, ਠੀਕ ਹੈ। ਤੁਸੀਂ ਵੱਡੇ ਲੈਵਲ 'ਤੇ ਥੋੜ੍ਹੀ ਜਿਹੀ ਸੋਚਣੀ ਹੈ। ਦੇਖੋ ਚਲੋ ਰਹਿਣ ਦਿਓ, ਘਰ ਦੇ ਵੀ ਛੱਡੋ, ਕੋਟਨ ਦੇਖਿਆ ਖੇਤਾਂ 'ਚ ਉੱਗਿਆ ਹੋਇਆ, ਠੀਕ ਹੈ, ਕਾਟਨ ਦੇਖਿਆ। ਤਾਂ ਕੋਟਨ ਜਿਹੜਾ ਹੈਗਾ ਉਹ ਹੈਗਾ ਰॉ ਮਟੀਰੀਅਲ ਯਾਨੀ ਕਿ ਕੱਚਾ ਮਾਲ, ਠੀਕ ਹੈ, ਠੀਕ ਹੈ। ਤਾਂ ਕੋਟਨ ਨੂੰ ਜਦੋਂ ਫੈਕਟਰੀ 'ਚ ਲਿਜਾ ਕੇ ਧਾਗਾ ਬਣ ਜਾਂਦਾ ਹੈ, ਠੀਕ ਹੈ, ਧਾਗੇ ਤੋਂ ਫਿਰ ਉਹਦਾ ਕੱਪੜਾ ਬਣ ਜਾਂਦਾ ਹੈ। ਕੱਪੜਾ ਜਿਹੜਾ ਹੈਗਾ ਵਾ ਉਹ ਹੈਗੀ ਹੈ ਮਿਡਲ ਗੁੱਡ, ਠੀਕ ਹੈ, ਯਾਨੀ ਕਿ ਹੱਲੇ ਉਹਦਾ ਪੂਰਾ ਮਤਲਬ ਕਿ ਧਾਗੇ ਤੋਂ ਪਹਿਲਾਂ ਰॉ ਮਟੀਰੀਅਲ ਕੀ ਸੀਗਾ, ਕੱਚਾ ਮਾਲ ਕੀ ਸੀਗਾ, ਕੋਟਨ। ਕੋਟਨ ਤੋਂ ਧਾਗਾ ਤੇ ਧਾਗੇ ਤੋਂ ਬੁਣ ਕੇ ਮਾੜਾ ਜਿਹਾ ਉਹਦਾ ਕੱਪੜਾ ਬਣਾ ਦਿੱਤਾ, ਇੱਕ ਥਾਨ ਬਣ ਗਿਆ ਹੈ, ਠੀਕ ਹੈ। ਤਾਂ ਇਹ ਮਿਡਲ ਪ੍ਰੋਡਕਟ ਹੋ ਗਿਆ। ਹੁਣ ਉਹਦੀ ਫਾਈਨਲ ਗੁੱਡ ਕਦੋਂ ਬਣੇਗੀ, ਜਦੋਂ ਉਸ ਕੱਪੜੇ ਨੂੰ ਕੱਟ ਕੇ ਉਹਦੀ ਸ਼ਰਟ ਬਣਾ ਦਿੱਤੀ ਜਾਂ ਸੂਟ ਬਣਾ ਦਿੱਤਾ, ਐਂਡ ਦੇ ਵਿੱਚ ਜਿਹੜਾ ਅਸੀਂ ਕੰਜ਼ਿਊਮਰ ਨੇ ਜਾ ਕੇ ਯਾਨੀ ਕਿ ਆਪਾਂ ਜਾ ਕੇ ਯੂਜ਼ ਕਰਨਾ, ਉਹ ਕੀ ਹੋ ਗਿਆ, ਫਾਈਨਲ ਗੁੱਡ। ਹੁਣ ਸਮਝ ਲੱਗ ਗਈ ਫਾਈਨਲ ਗੁੱਡ ਕੀ ਹੁੰਦੀ ਹੈ। ਰॉ ਮਟੀਰੀਅਲ, ਕੱਚਾ ਮਾਲ, ਮਿਡਲ ਗੁੱਡ, ਫਾਈਨਲ ਗੁੱਡ, ਸਾਰਿਆਂ ਨੂੰ ਸਮਝ ਲੱਗ ਗਈ ਕੀ ਹੁੰਦੀ ਹੈ।
ਹਾਂਜੀ, ਚਲੋ ਅੱਗੇ ਚੱਲਦੇ ਹਾਂ। ਤੋ ਕਹਿੰਦੇ ਹੈ ਕਿ ਜਿਹੜਾ ਫਾਈਨਲ ਗੁੱਡਸ ਐਂਡ ਸਰਵਿਸਿਜ਼ ਐਂਡ 'ਚ ਜਿਹੜਾ ਫਿਰ ਤੁਹਾਡੇ ਕੋਲ ਫਾਈਨਲ ਗੁੱਡ ਆਉਂਦੀ ਹੈ, ਲਾਈਕ ਜਿਹੜੀ ਜਿੱਦਾਂ ਕਹਿ ਲਓ ਕਿ ਸ਼ਰਟਾਂ ਜਿਹੜੀਆਂ ਹੁਣ ਤੁਸੀਂ ਯੂਜ਼ ਕਰਨੀਆਂ ਨੇ, ਪਾਉਣੀਆਂ ਨੇ, ਠੀਕ ਹੈ। ਤੋ ਸਰਵਿਸਿਜ਼ ਪ੍ਰੋਡਿਊਸ ਇਨ ਅ ਕੰਟਰੀ ਡਿਊਰਿੰਗ ਅ ਈਅਰ, ਯਾਨੀ ਕਿ ਜਿਹੜੀਆਂ ਫਾਈਨਲ ਗੁੱਡਸ ਤਿਆਰ ਹੋ ਕੇ ਆ ਗਈਆਂ। ਗੁੱਡਸ ਮੈਂ ਤੁਹਾਨੂੰ ਦੱਸਿਆ ਸੀ ਇਕਨੋਮਿਕਸ ਦੇ ਵਿੱਚ ਗੁੱਡਸ ਦਾ ਮਤਲਬ ਹੁੰਦਾ ਹੈ ਚੀਜ਼ਾਂ, ਦੱਸਿਆ ਸੀ ਜਾਂ ਨਹੀਂ? ਮੈਨੂੰ ਲੱਗਦਾ ਦੱਸਿਆ ਸੀ। ਥਿੰਗਸ ਆਪਾਂ ਵੈਸੇ ਥਿੰਗਸ ਬੋਲਦੇ ਹਾਂ, ਬਟ ਇਕਨੋਮਿਕਸ 'ਚ ਗੁੱਡਸ ਦਾ ਮਤਲਬ ਥਿੰਗਸ ਹੀ ਹੁੰਦਾ ਹੈ, ਠੀਕ ਹੈ। ਤਾਂ ਕਨਫਿਊਜ਼ ਨਹੀਂ ਹੋਣਾ। ਗੁੱਡ ਮੈਨੇ ਅੱਛਾ ਹੁੰਦਾ, ਗੁੱਡਸ ਮੈਨੇ ਚੀਜ਼ਾਂ ਹੁੰਦੀਆਂ ਵਾ, ਠੀਕ ਹੈ। ਤੋ ਇਕਨੋਮਿਕਸ ਦੇ ਵਿੱਚ ਸੌਰੀ ਜਸਟ ਵੇਟ, ਹਾਂ। ਤੋ ਜਿਹੜੀਆਂ ਵੀ ਚੀਜ਼ਾਂ ਐਂਡ ਦੇ ਵਿੱਚ ਸਰਵਿਸਿਜ਼, ਮਤਲਬ ਦੇਖੋ ਆਈ ਐਮ ਅ ਟੀਚਰ, ਆਈ ਐਮ ਗਿਵਿੰਗ ਯੂ ਸਰਵਿਸਿਜ਼, ਠੀਕ ਆ। ਮੈਂ ਤੁਹਾਨੂੰ ਕੋਈ ਚੀਜ਼ ਤੁਹਾਡੇ ਹੱਥ 'ਤੇ ਨਹੀਂ ਰੱਖ ਰਹੀ ਹਾਂ, ਠੀਕ ਹੈ। ਹੁਣ ਜਿੱਦਾਂ ਕੋਈ ਸ਼ੋਪਕੀਪਰ ਹੈ, ਤੁਸੀਂ ਉੱਥੋਂ ਕੱਪੜੇ ਲੈਣ ਗਏ ਹੋ, ਪੈਨ ਲੈਣ ਗਏ ਹੋ, ਜਾਂ ਕੋਈ ਖਾਣ ਪੀਣ ਦੀ ਚੀਜ਼, ਤਾਂ ਉਹ ਤੁਹਾਡੇ ਹੱਥ 'ਤੇ ਫਿਜ਼ੀਕਲ ਚੀਜ਼ਾਂ ਰੱਖ ਰਹੇ ਨੇ, ਹੈ ਨਾ। ਪੈਸੇ ਹੈ, ਤੁਸੀਂ ਪੈਸੇ ਦਿੰਦੇ ਹੋ, ਚੀਜ਼ ਉਹਨਾਂ ਨੇ ਤੁਹਾਨੂੰ ਦੇ ਦਿੱਤੀ। ਤੋ ਹੁਣ ਮੀਨਸ ਕਿ ਅਗਰ ਅਸੀਂ ਕੁਛ ਸਰਵਿਸਿਜ਼ ਇੱਦਾਂ ਦੀਆਂ ਜਿਹੜੀਆਂ ਤੁਹਾਨੂੰ ਮੀਨਸ ਕਿ ਅਸੀਂ ਫਿਜ਼ੀਕਲੀ ਨਹੀਂ ਦੇ ਸਕਦੇ, ਬਟ ਤੁਸੀਂ ਫੀਲ ਕਰਦੇ ਹੋ, ਲਾਈਕ ਆਈ ਐਮ ਅ ਟੀਚਰ,